ਨਮਸਕਾਰ, ਤੁਸੀਂ ਦੇਖ ਰਹੇ ਹੋ ਵਿਸ਼ੇਸ਼ ਲੜੀ ਸਾਡੇ ਪਦਮ। ਤੁਹਾਡੇ ਨਾਲ ਮੈਂ ਹਾਂ ਮਮਤਾ ਚੋਪੜਾ। ਇੱਕ ਅਜਿਹੀ ਲੜੀ ਜਿਸ ਵਿੱਚ ਅਸੀਂ ਗੱਲ ਕਰਦੇ ਹਾਂ ਸਾਡੇ ਹੀ ਵਿੱਚ ਮੌਜੂਦ ਅਜਿਹੇ ਜਨ ਨਾਇਕਾਂ ਦੀ, ਜਿਨ੍ਹਾਂ ਨੇ ਆਪਣੀ ਅੰਥਕ ਮਿਹਨਤ ਨਾਲ ਇਸ ਦੇਸ਼, ਇਸ ਸਮਾਜ, ਤੁਹਾਡੇ ਜੀਵਨ ਨੂੰ ਵਧੀਆ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦਿੱਤਾ। ਤੇ ਇਹੀ ਨੇ ਸਾਡੇ ਪਦਮ। ਅੱਜ ਦੀ ਇਸ ਲੜੀ ਵਿੱਚ ਅਸੀਂ ਗੱਲ ਕਰਾਂਗੇ ਸਾਹਿਤ ਅਤੇ ਭਾਸ਼ਾ ਖੇਤਰ ਦੀਆਂ ਉਹਨਾਂ ਸ਼ਖਸੀਅਤਾਂ ਬਾਰੇ ਜਿਨ੍ਹਾਂ ਨੇ ਆਪਣਾ ਜੀਵਨ ਸਾਹਿਤ, ਭਾਸ਼ਾ ਦੇ ਨਾਲ-ਨਾਲ ਸੱਭਿਆਚਾਰ ਦੀ ਸਾਂਭ ਸੰਭਾਲ ਲਈ ਸਮਰਪਿਤ ਕਰ ਦਿੱਤਾ। ਇਹ ਨੇ ਸਾਡੇ ਪਦਮ। ਇੱਕ ਕਿਤਾਬ ਲੱਭ ਨਹੀਂ ਰਹੀ, ਇੱਥੇ ਰੱਖੀ ਸੀ ਮੈਂ। ਇਹ ਕਿਤਾਬ ਹੈ। ਇਹ ਕਿਤਾਬ ਦੇਸ਼ ਦੇ ਭਾਸ਼ਾ ਵਿਗਿਆਨੀਆਂ ਤੇ ਹੈ ਤੇ ਦੇਸ਼ ਵਿੱਚ ਅਜਿਹੇ ਬਹੁਤ ਸਾਰੇ ਭਾਸ਼ਾ ਵਿਗਿਆਨੀ ਨੇ ਜਿਨ੍ਹਾਂ ਨੇ ਵੱਖ-ਵੱਖ ਭਾਸ਼ਾਵਾਂ ਵਿੱਚ ਬਹੁਤ ਸਾਰਾ ਕੰਮ ਕੀਤਾ ਤੇ ਜਾਨੂਮ ਸਿੰਘ ਸੋਏ ਉਹਨਾਂ ਵਿੱਚੋਂ ਇੱਕ ਨੇ। ਇਹ ਝਾਰਖੰਡ ਦੇ ਸਿੰਘਭੂਮ ਖੇਤਰ ਵਿੱਚ ਜਿਹੜਾ ਹੋ ਭਾਈਚਾਰਾ ਹੈ ਉਸ ਨਾਲ ਸੰਬੰਧਿਤ ਨੇ ਤੇ ਇਸ ਭਾਈਚਾਰੇ ਦੀ ਭਾਸ਼ਾ ਹੋ ਭਾਸ਼ਾ ਹੈ। ਜਾਨੂਮ ਸਿੰਘ ਸੋਏ ਨੇ ਇਸ ਭਾਸ਼ਾ ਤੇ ਆਪਣੇ ਭਾਈਚਾਰੇ ਦੇ ਸੱਭਿਆਚਾਰ ਲਈ ਬਹੁਤ ਕੰਮ ਕੀਤਾ ਹੈ। 40 ਸਾਲ ਜ਼ਿੰਦਗੀ ਦੇ ਘੱਟ ਨਹੀਂ ਹੁੰਦੇ। ਜਾਨੂਮ ਸਿੰਘ ਸੋਏ ਨੇ ਆਪਣੇ ਜੀਵਨ ਦੇ 40 ਸਾਲ ਸਮਰਪਿਤ ਕਰ ਦਿੱਤੇ ਨੇ ਹੋ ਭਾਈਚਾਰੇ ਦੇ ਨਾਲ-ਨਾਲ ਉਹਨਾਂ ਨੇ ਹਿੰਦੀ ਭਾਸ਼ਾ ਦੀਆਂ ਕਿਤਾਬਾਂ ਵੀ ਲਿਖੀਆਂ ਨੇ, ਕਵਿਤਾਵਾਂ ਤੱਕ ਲਿਖੀਆਂ ਨੇ। ਉਹਨਾਂ ਨੇ ਆਪਣੀ ਸੰਸਕ੍ਰਿਤੀ ਤੇ ਆਪਣੀ ਭਾਸ਼ਾ ਨੂੰ ਬਚਾਉਣ ਲਈ ਕੀਤੇ ਅਣਥੱਕ ਯਤਨਾਂ ਲਈ ਉਹਨਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਮਿਲਿਆ। ਝਾਰਖੰਡ ਦਾ ਸਿੰਘਭੂਮ ਜ਼ਿਲ੍ਹਾ ਕਬਾਇਲੀ ਖੇਤਰ ਹੈ ਜਿੱਥੇ ਰਹਿਣ ਵਾਲੀ ਹੋ ਜਨਜਾਤੀ ਦੇ ਨੇ ਪ੍ਰੋਫੈਸਰ ਜਾਨੂਮ ਸਿੰਘ ਸੋਏ, ਜਿਹੜੇ ਕਬਾਇਲੀ ਭਾਸ਼ਾ ਵਿਗਿਆਨ ਦੇ ਪੰਡਿਤ ਕਹੇ ਜਾਂਦੇ ਨੇ, ਜਿਹੜੇ ਕਬਾਇਲੀ ਭਾਸ਼ਾ ਹੋ ਦੀ ਸੰਭਾਲ ਲਈ 40 ਸਾਲਾਂ ਤੋਂ ਯਤਨਸ਼ੀਲ ਨੇ। ਇਹ ਦਿੱਲੀ ਵਿੱਚ ਹਿੰਦੀ ਦੇ ਅਧਿਆਪਕ ਰਹੇ, ਪਰ ਆਪਣੇ ਕਬੀਲੇ ਦੀ ਮਾਤ ਭਾਸ਼ਾ ਵਿੱਚ ਉਹਨਾਂ ਦੀ ਦਿਲਚਸਪੀ ਉਦੋਂ ਪੈਦਾ ਹੋਈ ਜਦੋਂ ਉਹ ਡਾਕਟਰੇਟ ਕਰ ਰਹੇ ਸਨ, ਜਿਸ ਵਿੱਚ ਖੋਜ ਦਾ ਵਿਸ਼ਾ ਸੀ ਹੋ ਲੋਕ ਗੀਤ ਦਾ ਸਾਹਿਤ ਅਤੇ ਸੱਭਿਆਚਾਰਕ ਅਧਿਐਨ। ਤੇ ਉਦੋਂ ਤੋਂ ਹੀ ਹੋ ਭਾਸ਼ਾ ਨਾਲ ਸ਼ੁਰੂ ਹੋਇਆ ਜੁੜਾਵ ਨਿਰਵਿਘਨ ਜਾਰੀ ਹੈ। ਪ੍ਰੋਫੈਸਰ ਸੋਏ ਨੇ ਹੋ ਕਬੀਲੇ ਦੇ ਸੱਭਿਆਚਾਰ, ਪਰੰਪਰਾਵਾਂ, ਤਿਉਹਾਰਾਂ ਤੇ ਜੀਵਨ ਸ਼ੈਲੀ ਤੇ 6 ਕਿਤਾਬਾਂ ਲਿਖੀਆਂ। इन्हां विचों 4 काव्य संग्रह ते एक नावल प्रकाशित हो चुका है। लोकगीत तो जन जन में प्रचलित है, किसी के द्वारा ये लिखा हुआ गीत नहीं है। तो निश्चित रूप से मुझे गीतों को संकलित करने के लिए भ्रमण करना पड़ा, घूमना पड़ा, गांव-गांव जाकर, पर्व त्योहार जाकर मैंने उनको संकलित किया। जिस समय लोकगीत के संकलन के लिए निकल पड़े, उस समय मैंने ये अनुभव किया कि हो समुदाय में अभी तक ऐसी किताबें नहीं है जो आसानी से पढ़ी जा सके। हो समुदाय में अब तक किताबों की बहुत कमियां हैं। उन्हीं कमियों को पूर्ण करने के लिए मैंने अपनी कलम उठाई। मैं तो पढ़ता भी रहा हूँ, पढ़ाता भी रहा हूँ, और अपनी मातृभाषा से बहुत दूर हट गए थे। एक तरह से मैंने वो समुदाय को जगाने का मंत्र फूंक दिया है। ऐसे तो पद्मश्री प्राप्त करने का लक्ष्य तो नहीं रहा, सोचा भी नहीं था कि मुझे इस तरह का सम्मान मिलेगा। ਪ੍ਰੋਫੈਸਰ ਸੋਏ ਦੀਆਂ ਕਿਤਾਬਾਂ ਕਾਲਜ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੀਆਂ ਗਈਆਂ ਨੇ। ਕੋਲਹਾਨ ਯੂਨੀਵਰਸਿਟੀ ਦੇ ਗ੍ਰੈਜੂਏਟ ਵਿਭਾਗ ਵਿੱਚ 3 ਪਾਠ ਪੁਸਤਕਾਂ ਤੇ 2 ਕਵਿਤਾ ਰਚਨਾਵਾਂ ਸ਼ਾਮਿਲ ਨੇ। ਹਾਲਾਂਕਿ ਉਹਨਾਂ ਨੂੰ ਹੋ ਭਾਸ਼ਾ ਨੂੰ ਪੀਜੀ ਸਿਲੇਬਸ ਵਿੱਚ ਸ਼ਾਮਿਲ ਕਰਵਾਉਣ ਲਈ ਲੰਬਾ ਸੰਘਰਸ਼ ਕਰਨਾ ਪਿਆ। ਹੁਣ ਪ੍ਰੋਫੈਸਰ ਸੋਏ ਨੌਜਵਾਨਾਂ ਨੂੰ ਵੀ ਹੋ ਭਾਸ਼ਾ ਦੀ ਵਰਤੋਂ ਲਈ ਪ੍ਰੇਰਿਤ ਕਰ ਰਹੇ ਨੇ। प्रोफेसर जानूम सिंह सोए झारखंड के जनजातीय समुदाय की मातृभाषा हो के लिए इन्होंने अत्यंत अतुलनीय प्रयास किया है। वो भाषा के संरक्षण और संवर्धन के साथ ही भाषा और लिपि को सुरक्षित करने का इनका प्रयास अतुलनीय है। प्रोफेसर जानूम सिंह सोए ने अपनी साहित्यिक कृतियों में भी हो समुदाय की संस्कृति, परंपरा, पर्व, त्योहार, लोकगीतों को उपस्थापित किया है। साथ ही इन्होंने वो भाषा को पीजी पाठ्यक्रम में शामिल करने का प्रयास किया, जो
अत्यंत महत्वपूर्ण कार्य है। मैं प्रोफेसर जानूम सिंह सोई को पद्म पुरस्कार से सम्मानित होने के लिए हार्दिक शुभकामनाएं देती हूँ। ਝਾਰਖੰਡ ਵਿੱਚ ਇਹ ਭਾਸ਼ਾ ਹੋਰ ਜਨਜਾਤੀ ਵੱਲੋਂ ਬੋਲੀ ਜਾਂਦੀ ਹੈ ਜੋ ਮੁੱਖ ਰੂਪ ਨਾਲ ਝਾਰਖੰਡ ਦੇ ਸਿੰਘਭੂਮ ਖੇਤਰ ਵਿੱਚ ਰਹਿੰਦੀ ਹੈ, ਜਿਸ ਨੂੰ ਕੋਲਹਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2011 ਦੀ ਜਨਗਣਨਾ ਅਨੁਸਾਰ ਹੋਰ ਜਨਜਾਤੀ ਦੀ ਜਨਸੰਖਿਆ ਲਗਭਗ 16.5 ਲੱਖ ਹੈ। ਜਨਜਾਤੀ ਭਾਸ਼ਾ ਹੋ ਦੇ ਰਾਖੇ ਪ੍ਰੋਫੈਸਰ ਜਾਨਮ ਸਿੰਘ ਸੋਏ ਨੂੰ ਪਦਮ ਸ਼੍ਰੀ ਪੁਰਸਕਾਰ ਲਈ ਹਾਰਦਿਕ ਵਧਾਈ। ਸਾਡੇ ਦੇਸ਼ ਦਾ ਜਨਜਾਤੀ ਸੱਭਿਆਚਾਰ ਬਹੁਤ ਅਮੀਰ ਹੈ। ਇਹਨਾਂ ਦੀਆਂ ਭਾਸ਼ਾਵਾਂ ਦੀ ਗੱਲ ਕਰੀਏ, ਇਹਨਾਂ ਦੇ ਸੱਭਿਆਚਾਰ ਨੂੰ ਸੁਰੱਖਿਅਤ ਬਣਾਉਣ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਅਜਿਹੇ ਲੋਕ ਨੇ ਜੋ ਇਸ ਨੂੰ ਲੈ ਕੇ ਬਹੁਤ ਯਤਨ ਕਰ ਰਹੇ ਨੇ। ਇਹਨਾਂ ਦੇ ਬਾਰੇ ਵਿੱਚ ਦੇਖਿਆ ਜਾਏ ਤਾਂ ਤੁਸੀਂ ਕਿੰਨੀਆਂ ਵੀ ਕਿਤਾਬਾਂ ਪੜ੍ਹ ਲਓ, ਘੱਟ ਨੇ। ਤੁਹਾਨੂੰ ਲੱਗਦਾ ਹੈ ਕਿ ਕੁਝ ਹੋਰ ਜਾਣਕਾਰੀ ਤਾਂ ਅਸੀਂ ਲੈ ਹੀ ਸਕਦੇ ਹਾਂ, ਪਰ ਤੁਸੀਂ ਜਾਣਦੇ ਹੋ ਕਿ ਇਹ ਜਨਜਾਤੀਆਂ ਸਮੇਂ ਦੇ ਨਾਲ ਲੁਪਤ ਹੋ ਜਾਂਦੀਆਂ ਨੇ। ਜਦੋਂ ਇਹ ਲੁਪਤ ਹੁੰਦੀਆਂ ਨੇ ਤਾਂ ਇਹਨਾਂ ਦੀ ਭਾਸ਼ਾ, ਇਹਨਾਂ ਦੀ ਸੰਸਕ੍ਰਿਤੀ ਵੀ ਕਿਧਰੇ ਗੁੰਮ ਹੋ ਜਾਂਦੀ ਹੈ। ਲੇਕਿਨ ਮੌਜੂਦਾ ਦੌਰ ਵਿੱਚ ਜੋ ਜਨਜਾਤੀਆਂ ਸਾਡੇ ਦਰਮਿਆਨ ਮੌਜੂਦ ਨੇ ਉਹ ਮੌਜੂਦ ਰਹਿਣ, ਉਹਨਾਂ ਦਾ ਸੱਭਿਆਚਾਰ ਅਲੋਪ ਨਾ ਹੋਵੇ, ਉਹਨਾਂ ਦੀ ਭਾਸ਼ਾ ਬਣੀ ਰਹੇ। ਇਸ ਦੇ ਲਈ ਵੀ ਬਹੁਤ ਸਾਰੇ ਲੋਕ ਨੇ ਜੋ ਕੰਮ ਕਰ ਰਹੇ ਨੇ, ਜਿਨ੍ਹਾਂ ਵਿੱਚੋਂ ਇੱਕ ਨੇ ਪ੍ਰੋਫੈਸਰ ਬੀ ਰਾਮ ਕ੍ਰਿਸ਼ਨ ਰੈਡੀ, ਜੋ ਜਨਜਾਤੀ ਭਾਸ਼ਾਵਾਂ ਤੇ ਹੋਰਨਾਂ ਭਾਸ਼ਾਵਾਂ ਦਰਮਿਆਨ ਇੱਕ ਪੁਲ ਦਾ ਕੰਮ ਕਰ ਰਹੇ ਨੇ, ਜਿਨ੍ਹਾਂ ਨੇ ਇਹਨਾਂ ਦੀਆਂ ਭਾਸ਼ਾਵਾਂ ਨੂੰ ਲੈ ਕੇ ਡਿਕਸ਼ਨਰੀ ਤਿਆਰ ਕੀਤੀ ਹੈ ਤੇ ਕਿਤਾਬਾਂ ਵੀ ਲਿਖੀਆਂ ਨੇ। ਇਹਨਾਂ ਨੇ ਹੋਰਨਾਂ ਭਾਸ਼ਾਵਾਂ ਦਰਮਿਆਨ ਸੰਬੰਧਾਂ ਨੂੰ ਲੈ ਕੇ ਅਣਥੱਕ ਯਤਨ ਕੀਤੇ ਨੇ। ਇਹਨਾਂ ਨੇ ਤੇ ਹਾਸਿਲ ਕੀਤਾ ਹੈ ਪਦਮ ਸ਼੍ਰੀ ਦਾ ਸਨਮਾਨ। ਸਾਡੀ ਹੋਂਦ ਦੀ ਸੱਭਿਆਚਾਰ ਦੀ ਪਛਾਣ ਹੁੰਦੀ ਹੈ ਮਾਤ ਭਾਸ਼ਾ, ਜਿਸ ਦੀ ਮਹੱਤਤਾ ਹਰ ਵਿਅਕਤੀ ਲਈ ਇੱਕੋ ਜਿਹੀ ਹੁੰਦੀ ਹੈ। ਪ੍ਰਸਿੱਧ ਭਾਸ਼ਾ ਤੇ ਤਾਂ ਕੰਮ ਹੁੰਦਾ ਹੈ, ਪਰ ਜਨਜਾਤੀ ਤੇ ਘੱਟ ਜਾਣੀਆਂ ਪਛਾਣੀਆਂ ਭਾਸ਼ਾਵਾਂ ਤੇ ਕੰਮ ਕਰਨ ਦੀ ਹਿੰਮਤ ਦਿਖਾਈ ਮੰਨੇ ਪਰਮੰਨੇ ਭਾਸ਼ਾ ਵਿਦਵਾਨ ਡਾਕਟਰ ਬੀ ਰਾਮ ਕ੍ਰਿਸ਼ਨ ਰੈਡੀ ਨੇ। ਅਜਿਹੇ ਸਮੇਂ ਵਿੱਚ ਜਦੋਂ ਖੇਤਰੀ ਭਾਸ਼ਾ ਵਿਗਿਆਨ ਵਿੱਚ ਭਾਸ਼ਾਈ ਅਧਿਐਨ ਦਾ ਕੇਂਦਰ ਬਿੰਦੂ ਕਿੱਧਰੇ ਗੁੰਮ ਹੋ ਰਿਹਾ ਹੈ, ਡਾਕਟਰ ਰੈਡੀ ਆਦੀਵਾਸੀ ਭਾਸ਼ਾਵਾਂ ਤੇ ਘੱਟ ਜਾਣ ਪਛਾਣ ਵਾਲੀਆਂ ਦਰਾਵਿੜ ਭਾਸ਼ਾਵਾਂ ਜਿਵੇਂ ਕੂਵੀ, ਮਾਂਡਾ, ਕੁਈ ਦੇ ਅਧਿਐਨ ਵਿੱਚ 40 ਸਾਲ ਤੋਂ ਵੱਧ ਸਮੇਂ ਤੋਂ ਯਤਨਸ਼ੀਲ ਨੇ। ਇਹਨਾਂ ਭਾਸ਼ਾਵਾਂ ਲਈ ਮਾਂਡਾ ਅੰਗਰੇਜ਼ੀ ਤੇ ਕੂਵੀ ਉੜੀਆ ਅੰਗਰੇਜ਼ੀ ਸ਼ਬਦਕੋਸ਼ ਬਣਾ ਕੇ ਇਹਨਾਂ ਦਾ ਹੋਰਨਾਂ ਭਾਸ਼ਾਵਾਂ ਦਰਮਿਆਨ ਸੰਬੰਧ ਬਣਾਉਣ ਦਾ ਕੰਮ ਵੀ ਕੀਤਾ। I hail from a very ordinary family. ਮੈਂ ਇੱਕ ਬਹੁਤ ਹੀ ਆਮ ਜਿਹੇ ਪਰਿਵਾਰ ਤੋਂ ਹਾਂ, ਲੇਕਿਨ ਮੇਰੀ ਸਿੱਖਿਆ ਦੇ ਕਾਰਨ ਮੈਨੂੰ ਆਪਣੀਆਂ ਉਪਲਬਧੀਆਂ ਲਈ ਸਨਮਾਨ ਮਿਲਿਆ, ਜਿਸ ਨਾਲ ਮੈਨੂੰ ਬਹੁਤ ਆਤਮ ਵਿਸ਼ਵਾਸ ਹਾਸਲ ਹੋਇਆ। ਮੈਂ ਕੌਮੀ ਅਤੇ ਕੌਮਾਂਤਰੀ ਸੈਮੀਨਾਰਾਂ ਵਿੱਚ ਭਾਗ ਲੈਂਦਾ ਸੀ ਅਤੇ ਆਪਣੇ ਵਿਚਾਰਾਂ ਦੇ ਸਵਾਲ ਜਵਾਬ ਕਰਦਾ ਸੀ। ਇਹ ਸਾਰਾ ਮੇਰੇ ਲਈ ਸਿੱਖਣ ਦਾ ਚੰਗਾ ਤਜਰਬਾ ਸੀ। ਮੈਨੂੰ ਆਦੀਵਾਸੀ ਭਾਈਚਾਰੇ ਲਈ ਕੁਝ ਕਰਨ ਵਿੱਚ ਦਿਲਚਸਪੀ ਸੀ, ਕਿਉਂਕਿ ਉਹਨਾਂ ਦੇ ਕੋਲ ਲਗਭਗ 200 ਭਾਸ਼ਾਵਾਂ ਨੇ, ਪਰ ਕੇਵਲ 50 ਭਾਸ਼ਾਵਾਂ ਨੂੰ ਹੀ ਲੋਕਾਂ ਵੱਲੋਂ ਮਾਨਤਾ ਦਿੱਤੀ ਗਈ ਹੈ। ਪਰ ਹੁਣ ਉਹਨਾਂ ਦੀਆਂ ਤੇ ਭਾਰਤੀ ਭਾਸ਼ਾਵਾਂ ਲਈ ਇੱਕ ਕੇਂਦਰ ਹੈ। ਮੇਰਾ ਇਰਾਦਾ, ਮੇਰਾ ਟੀਚਾ ਅਨਪੜ੍ਹ ਭਾਈਚਾਰੇ ਨੂੰ ਉਹਨਾਂ ਦੀ ਭਾਸ਼ਾ, ਸਾਹਿਤ ਤੇ ਸਮਰੱਥਾਵਾਂ ਬਾਰੇ ਦੱਸਣ ਦਾ ਹੈ। ਰਬੜੀਆ ਯੂਨੀਵਰਸਿਟੀ ਕੁਪਮ ਦੇ ਸੰਸਥਾਪਕ ਰਜਿਸਟਰਾਰ ਰਹਿ ਚੁੱਕੇ ਡਾਕਟਰ ਰੈਡੀ ਤੇਲਗੂ ਤੋਂ ਇਲਾਵਾ ਹਿੰਦੀ, ਤਮਿਲ, ਕੰਨੜ ਸਣੇ ਕਈ ਦਰਾਵਿੜ ਜਨਜਾਤੀ ਭਾਸ਼ਾਵਾਂ ਵੀ ਬੋਲਦੇ ਨੇ। ਯੂਨੈਸਕੋ ਵੱਲੋਂ ਅਲੋਪ ਹੋਣ ਦੇ ਕੰਢੇ ਕੁਵੀ ਤੇ ਮਾਂਡਾ ਭਾਸ਼ਾ ਤੇ ਕਈ ਫੀਲਡ ਅਧਿਐਨ ਕੀਤੇ ਗਏ ਨੇ। ਕੁਵੀ ਬੋਲਣ ਵਾਲਿਆਂ ਦੇ ਨਾਲ ਕੰਮ ਦੇ ਆਧਾਰ ਤੇ ਕਿਵੀ ਫੋਨੈਟਿਕ ਰੀਡਰ ਤੇ ਕੁਵੀ ਲੋਕ ਸਾਹਿਤਿਕ ਸੰਭਵ ਹੋਇਆ। ਇਹਨਾਂ ਜਨਜਾਤੀ ਭਾਸ਼ਾਵਾਂ ਤੋਂ ਹਾਸਲ ਡਾਟਾ ਦੀ ਉਹਨਾਂ ਦੀ ਵਿਆਖਿਆ ਨੇ ਕਈ ਲੋਕਾਂ ਨੂੰ ਇਸ ਤੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਡਾਕਟਰ ਰੈਡੀ ਨੇ ਇਰੂਲਾ ਤੇ ਗਦਾਬਾ ਜਨਜਾਤੀਆਂ ਤੇ ਅਧਿਐਨ ਕੀਤਾ। ਦਰਾਵਿੜ ਭਾਸ਼ਾ ਵਿੱਚ ਆਦੀਵਾਸੀ ਤੇ ਗੌਂਡ ਦਰਾਵਿੜ ਭਾਸ਼ਾਵਾਂ, ਸ਼ਬਦ ਬੰਤਰ, ਲੋਕ ਅਤੇ ਜਨਜਾਤੀ ਵਿਦਿਆ ਤੇ 5 ਕਿਤਾਬਾਂ ਸਹਿ ਲੇਖਕ ਵੀ ਰਹੇ। प्रोफेसर बी रामकृष्ण रेड्डी कुवी, मांडा और कुई सदृश जनजातीय भाषा तथा दक्षिण भारतीय भाषाओं के लिए किया गया इनका प्रयास अतुलनीय, प्रशंसनीय और सराहनीय है। इन्होंने जनजातीय भाषाओं को अन्य भाषाओं के साथ जोड़ने के लिए जो एक सेतु बनाने का प्रयास किया, वह इनका एक स्थायी प्रयास है। इनका पद्म पुरस्कार से सम्मानित होना, जनजातीय समुदाय का सम्मानित होना है,
जनजातीय समुदाय को राष्ट्रीय पटल पर स्थापित करना है। इन्हें पद्म पुरस्कार से सम्मानित किया गया। मैं इन्हें हार्दिक शुभकामनाएं देती हूँ। ਜਨਜਾਤੀ ਭਾਸ਼ਾਵਾਂ ਦੇ ਰਾਖੇ ਡਾਕਟਰ ਬੀ ਰਾਮ ਕ੍ਰਿਸ਼ਨ ਰੈਡੀ ਨੂੰ ਪਦਮ ਪੁਰਸਕਾਰ ਦੀ ਹਾਰਦਿਕ ਵਧਾਈ। ਕਿਸੇ ਨੇ ਸਹੀ ਕਿਹਾ ਏ, ਕਿਤਾਬਾਂ ਇਨਸਾਨ ਦੀਆਂ ਸਭ ਤੋਂ ਵਧੀਆ ਦੋਸਤ ਹੁੰਦੀਆਂ ਨੇ। ਕਿੰਨਾ ਕੁਝ ਜਾਣਨ ਸਮਝਣ ਨੂੰ ਮਿਲਦਾ ਏ ਇਹਨਾਂ ਪੁਸਤਕਾਂ ਰਾਹੀਂ। ਮੈਂ ਇਸ ਸਮੇਂ ਪੜ੍ਹ ਰਹੀ ਹਾਂ ਰਾਣੀ ਮਾਚਈਆ ਬਾਰੇ। ਕਰਨਾਟਕ ਦੀ ਹੈ ਇਹ, ਤੇ ਕਰਨਾਟਕ ਦਾ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਕੁਰਗ, ਉੱਥੋਂ ਦੀ ਹੈ ਇਹ, ਜਿੱਥੇ ਰਹਿੰਦਾ ਹੈ ਕੁੜਵਾ ਸਮੁਦਾਇ। ਕੁੜਵਾ ਭਾਈਚਾਰੇ ਦੀ ਨਾਚ ਸ਼ੈਲੀ ਹੈ ਰਵਾਇਤੀ ਨਾਚ ਸ਼ੈਲੀ ਉਮਾ ਤਾਟ। ਇਸ ਨਾਚ ਸ਼ੈਲੀ ਨੂੰ ਰਾਣੀ ਮਾਚਈਆ ਹਜ਼ਾਰਾਂ ਬੱਚਿਆਂ ਨੂੰ ਸਿਖਾ ਚੁੱਕੀ ਹੈ ਤਾਂ ਕਿ ਇਹ ਨਾਚ ਸ਼ੈਲੀ ਬਚੀ ਰਹੇ। ਲੇਕਿਨ ਇਹ ਇੱਥੇ ਹੀ ਨਹੀਂ ਰੁਕੀ, ਉਹ ਬਲਕਿ ਕੋਡਵਾ ਭਾਈਚਾਰੇ ਦੀ ਸੰਸਕ੍ਰਿਤੀ ਤੇ ਇਹਨਾਂ ਦੀ ਭਾਸ਼ਾ, ਜਿਸ ਦੀ ਕੋਈ ਲਿਪੀ ਹੀ ਨਹੀਂ, ਉਸ ਤੇ ਵੀ ਕੰਮ ਕਰ ਰਹੀ ਹੈ। ਰਾਣੀ ਮਾਚਈਆ ਉਦਾਂ ਹੀ ਨਹੀਂ ਕਹਾਂਦੀ, ਉਮਾ ਤਾਟ ਦੀ ਰਾਣੀ। ਉਮਾ ਤਾਟ ਦੀ ਰਾਣੀ ਦੇ ਨਾਂ ਨਾਲ ਮਸ਼ਹੂਰ 80 ਸਾਲ ਦੀ ਮਾਚਈਆ ਦਾ ਪੂਰਾ ਜੀਵਨ ਆਪਣੀ ਲੋਕ ਕਲਾ ਦੇ ਪ੍ਰਤੀ ਅਥਾਹ ਪਿਆਰ ਨਾਲ ਭਰਪੂਰ ਰਿਹਾ ਹੈ। ਕਰਨਾਟਕ ਦੇ ਕੁਡਗੂ ਜ਼ਿਲ੍ਹੇ ਦੀ ਰਾਣੀ ਮਾਚਈਆ ਪਿਛਲੇ 60 ਸਾਲਾਂ ਤੋਂ ਉਮਾ ਤਾਟ ਲੋਕ ਨਾਚ ਕਰ ਰਹੀ ਹੈ। ਉਹਨਾਂ ਨੇ 10,000 ਤੋਂ ਵੱਧ ਬੱਚਿਆਂ ਨੂੰ ਇਹ ਲੋਕ ਨਾਚ ਸਿਖਾ ਕੇ ਕੋਡਵਾ ਭਾਈਚਾਰੇ ਨੂੰ ਹੱਲਾਸ਼ੇਰੀ ਦੇਣ ਤੇ ਸੁਰੱਖਿਅਤ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ। ਰਾਣੀ ਮਾਚਈਆ ਨੇ 1980 ਦੇ ਦਹਾਕੇ ਵਿੱਚ ਮਟਕੇਰੀ ਵਿੱਚ ਉਮਾ ਤਾਟ ਦੇਖਿਆ ਤੇ ਲੋਕ ਨਾਚ ਨੂੰ ਆਪਣੀ ਸ਼ੈਲੀ ਵਿੱਚ ਅਪਣਾ ਲਿਆ। 18 ਸਾਲ ਦੀ ਉਮਰ ਤੋਂ ਉਮਾ ਤਾਟ ਸਿੱਖਣਾ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਇਸ ਦੇ ਵਿਕਾਸ ਲਈ ਬਾਕਾਇਦਾ ਇੱਕ ਸਮੂਹ ਬਣਾਇਆ। ਇਸ ਨੂੰ ਪ੍ਰਸਿੱਧੀ ਦਿਵਾਉਣ ਲਈ ਬਿਨਾਂ ਕਿਸੇ ਦੀ ਮਦਦ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਾਵੇਰੀ ਕਲਾ ਵਰਿੰਦਾ ਦੀ ਸਥਾਪਨਾ ਕੀਤੀ ਤੇ ਕਰਨਾਟਕ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਹੋਰਨਾਂ ਰਾਜਾਂ ਤੇ ਵਿਭਿੰਨ ਮੰਚਾਂ ਤੇ ಉತ್ಸವ ਵਿੱਚ ಪೇಶ್ಕಾರಿ ದೇಣಿ ಶುರು ಮಾಡ್ತಿತ್ತಿ। ಮದುವೆ ಆದಮೇಲೆ ಒಂದು ತಂಡವನ್ನು ನೋಡಿದೆ, ಅದು ಅಷ್ಟು ಚೆನ್ನಾಗಿ ਮੈਂ ਸਿੱਧੂਪੁਰਾ ਦੇ ਕੰਦਰ ਟਾਂਡਾ ਪਰਿਵਾਰ ਤੋਂ ਆ। ਮੇਰਾ ਜਨਮ 1943 ਅਪ੍ਰੈਲ 4 ਚ ਹੋਇਆ ਸੀ। ਜਦ ਮੈਂ 7ਵੀਂ ਜਮਾਤ ਵਿੱਚ ਸੀ ਤਾਂ ਉਦੋਂ ਮੇਰੇ ਪਿਤਾ ਦਾ ਦੇਹਾਂਤ ਹੋ ਗਿਆ ਤੇ ਬਾਅਦ ਵਿੱਚ ਮੇਰੀ ਮਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮੈਨੂੰ ਬਚਪਨ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ ਵਿੱਚ ਦਿਲਚਸਪੀ ਸੀ। ਜਦੋਂ ਮੇਰਾ ਵਿਆਹ ਹੋਇਆ ਉਦੋਂ ਮੈਨੂੰ ਇਸ ਨਾਚ ਦੇ ਮਹੱਤਵ ਦਾ ਅਹਿਸਾਸ ਹੋਇਆ। ਜਦੋਂ ਮੈਂ ਇੱਕ ਸਮੂਹ ਨੂੰ ਦੇਖਿਆ, ਫਿਰ ਮੈਂ ਇਹਨਾਂ ਲੜਕੀਆਂ ਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਦੇਣ ਦਾ ਫੈਸਲਾ ਕੀਤਾ। ਮੈਂ ਉਹਨਾਂ ਦੇ ਮਾਤਾ-ਪਿਤਾ ਨੂੰ ਬੇਨਤੀ ਕੀਤੀ ਕਿ ਉਹ ਲੜਕੀਆਂ ਨੂੰ ਇਹ ਸਿੱਖਣ ਦੇਣ ਅਤੇ ਉਹ ਮੰਨ ਗਏ। ਲੇਕਿਨ ਸ਼ੁਰੂ ਦੇ 5 ਸਾਲਾਂ ਤੱਕ ਮੈਂ ਕੁਝ ਖਾਸ ਨਹੀਂ ਕਰ ਸਕੀ, ਪਰ ਬਾਅਦ ਵਿੱਚ ਵੱਖ-ਵੱਖ ਸੰਗਠਨਾਂ ਤੋਂ ਮਦਦ ਮਿਲਣ ਲੱਗੀ ਅਤੇ ਮੈਂ ਇਹਨਾਂ ਲੜਕੀਆਂ ਨੂੰ ਅੰਤਰਰਾਜੀ ਅਤੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿੱਚ ਲੈ ਗਈ। ਨਾਗਪੁਰ ਅਤੇ ਤੰਜਾਵੁਰ ਦੇ ਸਮੂਹਾਂ ਨੇ ਸਾਡੀ ਮਦਦ ਕੀਤੀ ਅਤੇ ਇਸ ਨਾਲ ਸਾਨੂੰ ਉਤਸ਼ਾਹ ਮਿਲਿਆ। ಹಾಗಾದರೆ ಅವ್ರನ್ನ ಹಂಗೇನೆ ಟ್ರೈನಿಂಗ್ ಮಾಡಿ ನಾನು ಒಂದು 10,000 ಮಕ್ಕಳಿಗೆ ಕಲಿಸಿರ್ಬೋದು। ਰਾਣੀ ਮਾਚਈਆ ਕੋਡਵਾ ਸੱਭਿਆਚਾਰ ਦੇ ਵੱਖ-ਵੱਖ ਪਹਿਲੂਆਂ ਤੇ ਕੰਮ ਕਰ ਰਹੀ ਹੈ। ਕਰਨਾਟਕ ਕੋਡਵਾ ਸਾਹਿਤ ਅਕਾਦਮੀ ਦੇ ਪ੍ਰਧਾਨ ਦੇ ਰੂਪ ਵਿੱਚ ਉਹਨਾਂ ਨੇ ਕੋਡਵਾ ਭਾਸ਼ਾ, ਸਾਹਿਤ, ਲੋਕ ਗਾਥਾਵਾਂ ਤੇ ਕਲਾ ਨੂੰ ਹਰਮਨ ਪਿਆਰਾ ਬਣਾਉਣ ਲਈ ਕਈ ਪ੍ਰੋਗਰਾਮ ਤਿਆਰ ਕੀਤੇ। ਕੋਡਵਾ ਸੱਭਿਆਚਾਰ ਨੂੰ ਜੀਵੰਤ ਬਣਾਈ ਰੱਖਣ ਲਈ ਨੌਜਵਾਨਾਂ ਨੂੰ ਕੋਡਵਾ ਸੱਭਿਆਚਾਰ ਨੂੰ ਸਿੱਖਣ ਤੇ ਉਸ ਦਾ ਅਭਿਆਸ ਕਰਨ ਦਾ ਸੱਦਾ ਦਿੱਤਾ। ਹੁਣ ਉਹ ਲੜਕੀਆਂ ਨੂੰ ਉਮਾ ਤਾਟ ਸਿਖਾਉਣਾ ਸ਼ੁਰੂ ਕਰ ਰਹੀ ਹੈ। जहाँ शास्त्रीय नृत्य अपनी संस्कृति की धरोहर माने जाते हैं, वहीं लोक जनजाति नृत्य कला और संस्कृति को संजोए हुए हैं। उसमें एक प्रमुख नाम है रानी माचईया। अपनी जनजाति लोक नृत्य को, अपने धरोहर को किस तरीके से वो संभाले हुए हैं, प्रचार कर रही हैं, दशकों से, कई दशकों से लगी हुई हैं, बच्चों को सिखा रही हैं और इसमें अपनी भाषा का भी वो एक तरीके से लोगों के बीच में उतना प्रोत्साहन दे रही हैं जितना मिलना चाहिए। उनको इस बार जो पद्मश्री से सम्मानित किया है उसके लिए बहुत बहुत शुभकामनाएं, बधाई हो। ਕੁਦਰਤੀ ਸੁੰਦਰਤਾ ਨਾਲ ਭਰਪੂਰ ਕੋਡਗੂ ਦਾ ਜ਼ਿਕਰ ਦੂਜੀ ਈਸਵੀ ਦੇ ਤਾਮਿਲ ਸਾਹਿਤ ਵਿੱਚ ਅਤੇ 12ਵੀਂ ਸਦੀ ਦੇ ਦੰਗਾ, ਚੋਲ ਤੇ ਹੋਇਸਾਲਾ ਸ਼ਿਲਾਲੇਖਾਂ ਵਿੱਚ ਵੀ ਮਿਲਦਾ ਹੈ। ਕੋਡਵਾ ਸੱਭਿਆਚਾਰਕ ਰਵਾਇਤਾਂ ਨੂੰ ਪੀੜ੍ਹੀ ਦਰ ਪੀੜ੍ਹੀ ਜ਼ੁਬਾਨੀ ਤੌਰ ਤੇ ਪ੍ਰਸਾਰਿਤ ਕੀਤਾ ਗਿਆ। ਪਹਿਲੀ ਵਾਰ 1924 ਵਿੱਚ
ਨਾਦੀ ਕੇਰੀਅੰਪਾ ਚਿਨੱਪਾ ਨੇ ਕੋਡਵਾ ਰਵਾਇਤਾਂ ਤੇ ਲੋਕ ਗੀਤਾਂ ਨੂੰ ਪਟੋਲੇ ਪਾਲਮੇ ਕਿਤਾਬ ਵਿੱਚ ਇਕੱਠਾ ਕੀਤਾ, ਜਿਸ ਨੂੰ ਮੈਸੂਰ ਯੂਨੀਵਰਸਿਟੀ ਵੱਲੋਂ ਇੱਕ ਭਾਈਚਾਰੇ ਦੇ ਲੋਕ ਗੀਤਾਂ ਦੇ ਸ਼ੁਰੂਆਤੀ ਵਿਆਪਕ ਸੰਗ੍ਰਹਿ ਦੇ ਰੂਪ ਵਿੱਚ ਸਰਾਹਿਆ ਗਿਆ ਸੀ। ਰਾਣੀ ਮਚਿਆ ਵੱਲੋਂ ਸੁਰੱਖਿਅਤ ਉਮਾ ਤਾਟ ਲੋਕ ਨਾਚ ਕੋਡਵਾ ਸੰਸਕ੍ਰਿਤੀ ਦਾ ਅਹਿਮ ਹਿੱਸਾ ਹੈ। ਉਮਾ ਤਾਟ ਤੋਂ ਇਲਾਵਾ ਕੋਡਵਾ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਬੋਲਕਟ, ਕਤਿਆਟ ਅਤੇ ਕੋਟ ਜਿਹੇ ਹੋਰ ਲੋਕ ਨਾਚ ਵੀ ਕਰਦੇ ਨੇ। ਉਮਾ ਤਾਟ ਦੀ ਰਾਣੀ ਮਚਿਆ ਨੂੰ ਪਦਮ ਪੁਰਸਕਾਰ ਦੀ ਤਹਿ ਦਿਲੋਂ ਵਧਾਈ। ਕਬੀਰ ਕਹਿੰਦੇ ਨੇ, ਜਦ ਮੈਂ ਸੀ ਉਦੋਂ ਹਰੀ ਨਹੀਂ, ਹੁਣ ਹਰੀ ਹੈ ਮੈਂ ਨਹੀਂ। ਪ੍ਰੇਮ ਗਲੀ ਅਤੇ ਸਾਕੜੀ ਦਾਮੇ ਦੋ ਨਾ ਸਮਾਏ। ਹਰ ਭਾਸ਼ਾ ਕਿੰਨੀ ਖੂਬਸੂਰਤ ਹੁੰਦੀ ਹੈ ਨਾ, ਲੇਕਿਨ ਮਾਤ ਭਾਸ਼ਾ ਦੀ ਗੱਲ ਕੁਝ ਹੋਰ ਹੀ ਹੈ। ਮਾਤ ਭਾਸ਼ਾ ਜੋ ਸਾਡੀ ਸੰਸਕ੍ਰਿਤੀ ਦੀ ਵਾਹਕ ਹੁੰਦੀ ਹੈ, ਸਾਡੀ ਸ਼ਖਸੀਅਤ ਨੂੰ ਪਛਾਣ ਦਿੰਦੀ ਹੈ, ਇਹ ਮਾਤ ਭਾਸ਼ਾ। ਲੇਕਿਨ ਜੇ ਇਸ ਮਾਤ ਭਾਸ਼ਾ ਵਿੱਚ ਲਿਪੀ ਨਾ ਹੋਵੇ ਜਾਂ ਵਰਣਮਾਲਾ ਹੀ ਨਾ ਹੋਵੇ ਤਾਂ ਹੈਰਾਨੀ ਹੁੰਦੀ ਹੈ ਨਾ ਕਿ ਵਾਕਿਆ ਇਹ ਅਜਿਹਾ ਹੋ ਸਕਦਾ ਹੈ, ਲੇਕਿਨ ਹੈ। ਪੱਛਮ ਬੰਗਾਲ ਦੇ ਜਲਪਾਈਗੁੜੀ ਦੇ ਟੋਟੋਪਾੜਾ ਦੇ ਭਾਈਚਾਰੇ ਟੋਟੋ ਦੀ ਭਾਸ਼ਾ ਹੈ ਟੋਟੋ, ਲੇਕਿਨ ਇਸ ਭਾਸ਼ਾ ਵਿੱਚ ਹੱਥ ਲਿਪੀ ਹੀ ਨਹੀਂ, ਵਰਣਮਾਲਾ ਹੀ ਨਹੀਂ ਸੀ। ਉਦੋਂ ਇਸ ਭਾਈਚਾਰੇ ਦੇ ਧਨੀ ਰਾਮ ਟੋਟੋ ਨੇ ਸੋਚਿਆ, ਅਜਿਹਾ ਕਿਉਂ? ਉਹਨਾਂ ਨੇ ਇਸ ਦੀ ਹੱਥ ਲਿਪੀ ਤਿਆਰ ਕੀਤੀ, ਵਰਣਮਾਲਾ ਤਿਆਰ ਕੀਤੀ, ਇਹੀ ਨਹੀਂ ਨੋਬਲਸ ਵੀ ਲਿਖੇ ਤੇ ਆਪਣੇ ਇਹਨਾਂ ਯਤਨਾਂ ਦੇ ਜ਼ਰੀਏ ਉਹ ਆਪਣੀ ਸੰਸਕ੍ਰਿਤੀ ਨੂੰ ਸੁਧਾਰ ਰਹੇ ਨੇ। ਇਸੇ ਲਈ ਤਾਂ ਲੈ ਰਹੇ ਨੇ ਪਦਮ ਸ਼੍ਰੀ ਦਾ ਸਨਮਾਨ। ਭਾਰਤ ਭੂਟਾਨ ਸਰਹੱਦ ਤੇ ਕੁਦਰਤ ਦੀ ਗੋਦ ਵਿੱਚ ਵਸਿਆ ਪਿੰਡ ਜਲਪਾਈਗੁੜੀ ਦਾ ਟੋਟੋਪਾੜਾ, ਜਿੱਥੇ ਰਹਿੰਦੀ ਏ ਟੋਟੋ ਜਨਜਾਤੀ। ਹੁਣ ਤੱਕ ਇਹਨਾਂ ਦੀ ਭਾਸ਼ਾ ਡੇਂਗਕਾ ਦੀ ਕੋਈ ਲਿਪੀ ਨਹੀਂ ਸੀ। ਟੋਟੋ ਭਾਸ਼ਾ ਵਿੱਚ ਕੇਵਲ ਜ਼ੁਬਾਨੀ ਲੋਕ ਕਥਾ ਤੇ ਗਾਣ ਸੀ। ਸਾਲ 2009 ਵਿੱਚ ਯੂਨੈਸਕੋ ਨੇ ਇਸ ਭਾਸ਼ਾ ਨੂੰ ਸੰਕਟਗ੍ਰਸਤ ਐਲਾਨ ਦਿੱਤਾ ਸੀ। ਇਸ ਭਾਈਚਾਰੇ ਦੇ ਧਨੀ ਰਾਮ ਨੇ ਟੋਟੋ ਸੱਭਿਆਚਾਰ ਅਤੇ ਇਸ ਦੇ ਇਤਿਹਾਸ ਨੂੰ ਬਚਾਉਣ ਦੀ ਠਾਣੀ। 2005 ਤੋਂ ਧਨੀ ਰਾਮ ਨੇ ਡੇਂਗਕਾ ਦੀ ਲਿਪੀ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਧਨੀ ਰਾਮ ਨੇ ਇੱਕ ਨਵੀਂ ਵਰਣਮਾਲਾ ਤੇ ਵਿਆਕਰਣ ਦੀ ਰਚਨਾ ਕੀਤੀ। ਇਸ ਵਰਣਮਾਲਾ ਦੀ ਵਰਤੋਂ ਕਰਕੇ 2 ਕਿਤਾਬਾਂ ਲਿਖੀਆਂ, ਧਨੂਆ ਟੋਟੋ ਦੀ ਕੋਟਮਾਲਾ ਅਤੇ ਦੋਏ ਮਰਾਥਿਤਰੇ। ਉਹ ਡੇਂਗਕ ਭਾਸ਼ਾ ਵਿੱਚ ਨਾਵਲ ਲਿਖਣ ਵਾਲੇ ਪਹਿਲੇ ਲੇਖਕ ਨੇ। ਟੋਟੋ ਦੇ ਸਾਰੇ ਲੋਕਾਂ ਨੂੰ ਨਮਸਕਾਰ। ਮੈਨੂੰ ਕੇਂਦਰ ਸਰਕਾਰ ਨੇ ਪਦਮ ਸ਼੍ਰੀ ਪੁਰਸਕਾਰ ਨਾਲ ਨਵਾਜ਼ਿਆ ਹੈ। ਭਾਰਤ ਸਰਕਾਰ ਤੋਂ ਮੇਰੀ ਅਪੀਲ ਹੈ ਕਿ ਟੋਟੋ ਦੀ ਨਵੀਂ ਪੀੜ੍ਹੀ ਦੇ ਬੱਚੇ ਪੜ੍ਹ ਤਾਂ ਰਹੇ ਨੇ, ਪਰ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਟੋਟੋ ਭਾਈਚਾਰੇ ਦੀਆਂ ਕਈ ਚੀਜ਼ਾਂ ਸਮੇਂ ਦੇ ਨਾਲ ਗਾਇਬ ਹੋ ਰਹੀਆਂ ਨੇ। ਮੈਂ ਉਹਨਾਂ ਨੂੰ ਇਕੱਠਾ ਕਰਨਾ ਚਾਹੁੰਦਾ ਅਤੇ ਇੱਕ ਮਿਊਜ਼ੀਅਮ ਬਣਾਉਣਾ ਚਾਹੁੰਦਾ। ਮੈਂ ਬਾਂਸ ਦੀ ਟੋਪੀ ਪਾਈ ਹੋਈ ਹੈ, ਜਿਹੜੀ ਹੁਣ ਉਪਲਬਧ ਨਹੀਂ ਹੈ। ਕੁੜੀਆਂ ਦੇ ਕੱਪੜੇ, ਜਿਨ੍ਹਾਂ ਨੂੰ ਸਾਡੇ ਇਲਾਕੇ 'ਚ ਗੱਪੂ ਕਿਹਾ ਜਾਂਦਾ ਹੈ, ਕੁੜੀਆਂ ਵੱਲੋਂ ਹੱਥਾਂ ਨਾਲ ਬਣਾਏ ਜਾਂਦੇ ਸਨ। ਹੁਣ ਉਹ ਬਾਜ਼ਾਰ 'ਚੋਂ ਖਰੀਦ ਕੇ ਕੱਪੜੇ ਪਾਉਂਦੀਆਂ ਨੇ। ਹੁਣ ਉਹਨਾਂ ਨੂੰ ਕੋਈ ਨਹੀਂ ਬਣਾ ਸਕਦਾ। ਧਨੀ ਰਾਮ ਆਪਣੇ ਭਾਈਚਾਰੇ ਵਿੱਚ ਅਜਿਹੇ ਤੀਜੇ ਵਿਅਕਤੀ ਨੇ ਜਿਨ੍ਹਾਂ ਨੇ ਮਿਡਲ ਤੱਕ ਦੀ ਸਿੱਖਿਆ ਹਾਸਲ ਕੀਤੀ ਹੈ। ਭਾਰੀ ਤੰਗੀ ਪਰੇਸ਼ਾਨੀ ਵਿੱਚ ਉਹਨਾਂ ਸਿੱਖਿਆ ਹਾਸਲ ਕੀਤੀ ਤੇ ਹੁਣ ਸਿੱਖਿਆ ਦਾ ਮਹੱਤਵ ਸਮਝਦੇ ਹੋਏ ਟੋਟੋਪਾੜਾ ਦੇ ਬੱਚਿਆਂ ਲਈ ਆਪਣੇ ਖਰਚੇ ਤੇ ਸਿੱਖਿਆ ਦਾ ਪ੍ਰਬੰਧ ਕਰਦੇ ਨੇ। ਮਾਤ ਭਾਸ਼ਾ ਨਾਲ ਇੱਕ ਵਿਅਕਤੀ ਦੀ ਪਛਾਣ ਹੁੰਦੀ ਏ। ਇਸ ਨੂੰ ਸਮਝਦੇ ਹੋਏ ਉਹਨਾਂ ਨੇ ਇਸ ਨੂੰ ਸੰਭਾਲਣ ਦੇ ਮੰਤਵ ਨਾਲ ਧਨੀ ਰਾਮ ਨੇ ਸੌਫਟਵੇਅਰ ਟੂਲ ਦੇ ਰੂਪ ਵਿੱਚ ਟੋਟੋ ਲਈ ਇੱਕ ਯੂਨੀਕੋਡ ਫੌਂਟ ਬਣਾਇਆ, 2 ਸ਼ਬਦਕੋਸ਼ ਲਿਖੇ, ਟੋਟੋ ਭਾਸ਼ਾ ਨਾਲ ਹੋਰਨਾਂ ਲੋਕਾਂ ਨੂੰ ਜੋੜਨ ਲਈ ਗੋਸ਼ਟੀਆਂ ਤੇ ਸੈਮੀਨਾਰ ਵੀ ਕਰਵਾਏ। ये बड़ी खुशी की बात है कि हमारे देश में पद्म पुरस्कारों के लिए बहुत अनुसंधान और ध्यान से चयन होता है, जिसके अंतर्गत टोटो भाषा के लिए श्री धनी राम को इस साल पद्मश्री से सम्मानित किया गया। टोटो जनजाति के प्रतिनिधि के रूप में धनी राम जी ने बहुत परिश्रम किया है। उन्होंने उसकी व्याकरण और लिपि को बचाने के लिए लेख लिखे हैं, 2 उपन्यास लिखे हैं, जिनका अंग्रेजी में अनुवाद हुआ है। मैं उनको बहुत बहुत शुभकामनाएं देती हूँ कि उन्होंने इतना काम किया और वो आगे भी करते रहेंगे। ਧਨੀ ਰਾਮ ਦੀ ਚਿੰਤਾ ਇਹ ਹੈ ਕਿ ਤਰੱਕੀ ਦੇ ਦੌਰ ਵਿੱਚ ਕਿਤੇ ਉਹਨਾਂ ਦੀ ਜਨਜਾਤੀ ਆਪਣੀ ਭਾਸ਼ਾ ਤੇ ਸੱਭਿਆਚਾਰ ਨੂੰ ਭੁੱਲ ਨਾ ਜਾਏ।
ਆਪਣੀ ਜਨਜਾਤੀ ਦੇ ਕੁਝ ਨੌਜਵਾਨਾਂ ਦੇ ਨਾਲ ਬਜ਼ੁਰਗ ਧਨੀਰਾਮ ਟੋਟੋ ਅੱਜ ਆਪਣੇ ਸੱਭਿਆਚਾਰ ਤੇ ਆਪਣੀ ਭਾਸ਼ਾ ਨੂੰ ਬਚਾਉਣ ਵਿੱਚ ਰੁੱਝੇ ਹੋਏ ਨੇ। ਟੋਟੋ ਭਾਸ਼ਾ ਸੰਭਾਲਣ ਲਈ ਧਨੀਰਾਮ ਟੋਟੋ ਨੂੰ ਪਦਮ ਸ਼੍ਰੀ ਪੁਰਸਕਾਰ ਦੀਆਂ ਦਿਲੋਂ ਵਧਾਈਆਂ। ਭਾਰਤ ਦੇ ਸੰਵਿਧਾਨ ਵਿੱਚ 22 ਭਾਸ਼ਾਵਾਂ ਨੇ ਜਿਨ੍ਹਾਂ ਨੂੰ ਮਾਨਤਾ ਪ੍ਰਾਪਤ ਹੈ ਤੇ 6 ਸ਼ਾਸਤਰੀ ਭਾਸ਼ਾਵਾਂ ਨੇ। ਇਹਨਾਂ ਵਿੱਚੋਂ ਇੱਕ ਹੈ ਉੜੀਆ ਭਾਸ਼ਾ। ਇੱਕ ਅਜਿਹੇ ਸਾਹਿਤਕਾਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ 54 ਸਾਲ ਉੜੀਆ ਸਾਹਿਤ ਦੀ ਵਿਆਕਰਣ ਇਸ ਦੇ ਸੱਭਿਆਚਾਰ ਨੂੰ ਸਮਰਪਿਤ ਕਰ ਦਿੱਤੇ। ਇਹਨਾਂ ਨੇ 37 ਕਿਤਾਬਾਂ ਲਿਖੀਆਂ। ਇੰਨਾ ਹੀ ਨਹੀਂ, ਉੜੀਆ ਭਾਸ਼ਾ ਦਾ ਪੂਰਾ ਸਾਹਿਤ ਉਹਨਾਂ ਵੱਲੋਂ ਲਿਖਤੀ ਤੌਰ ਤੇ ਤਿਆਰ ਕੀਤਾ ਗਿਆ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਸਮੇਂ ਨਾਲ ਇਸ ਦਾ ਵਿਕਾਸ ਹੋਇਆ। ਤੇ ਇਹ ਸਾਹਿਤਕਾਰ ਉੜੀਆ ਭਾਸ਼ਾ ਦੇ ਲੇਖਕ ਸਤੰਭਕਾਰ ਨੇ ਜਿਨ੍ਹਾਂ ਨੇ ਇਹ ਮੰਨਿਆ ਕਿ ਸਾਹਿਤ ਦਾ ਗਿਆਨ ਤੁਹਾਨੂੰ ਹੋ ਸਕਦਾ ਹੈ ਪਰ ਭਾਸ਼ਾ ਦਾ ਗਿਆਨ ਜ਼ਰੂਰ ਹੋਣਾ ਚਾਹੀਦਾ ਹੈ। ਇਹ ਨੇ ਪੰਡਿਤ ਅੰਤਰਜਾਮੀ ਮਿਸ਼ਰਾ ਜਿਨ੍ਹਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਮਿਲਿਆ ਹੈ। ਸੰਵਾਦ ਦਾ ਤਰੀਕਾ ਹੈ ਭਾਸ਼ਾ ਜਿਹੜਾ ਭਾਈਚਾਰਿਆਂ ਨੂੰ ਸੱਭਿਆਚਾਰ ਤੇ ਸਾਹਿਤ ਨਾਲ ਜੋੜਦੀ ਹੈ। ਉੜੀਆ ਭਾਸ਼ਾ ਨੂੰ ਤਨ ਮਨ ਧਨ ਨਾਲ ਸਮਰਪਿਤ ਜੀਵਨ ਜਿਉਣ ਵਾਲੇ ਉੜੀਸਾ ਦੇ ਢੇਕਨਾਲ ਦੇ ਉੱਗੇ ਉੜੀਆ ਸਾਹਿਤਕਾਰ ਆਚਾਰਿਆ ਅੰਤਰਜਾਮੀ ਮਿਸ਼ਰਾ 55 ਸਾਲਾਂ ਤੋਂ ਉੜੀਆ ਭਾਸ਼ਾ ਤੇ ਉੜੀਆ ਸਾਹਿਤ ਦੇ ਵਿਕਾਸ ਲਈ ਪ੍ਰਤੀਬੱਧ ਰਹੇ ਨੇ। ਆਚਾਰਿਆ ਮਿਸ਼ਰਾ ਨੇ ਹੁਣ ਤੱਕ 37 ਕਿਤਾਬਾਂ ਲਿਖੀਆਂ ਨੇ ਜਿਸ ਵਿੱਚ ਉੜੀਆ ਭਾਸ਼ਾ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਸਾਹਿਤਿਕ ਕੰਮਾਂ ਰਾਹੀਂ ਦਰਸਾਇਆ ਗਿਆ ਹੈ। 2013 ਵਿੱਚ ਆਈ ਉੜੀਆ ਇੱਕ ਸ਼ਾਸਤਰੀ ਭਾਸ਼ਾ ਕਿਤਾਬ ਉੜੀਆ ਭਾਸ਼ਾ ਦਾ ਇੱਕ ਇਤਿਹਾਸਿਕ ਅਧਿਐਨ ਹੈ ਜਿਸ ਵਿੱਚ ਉੜੀਆ ਭਾਸ਼ਾ ਦੇ ਵਿਕਾਸ ਦਾ ਵਿਸਥਾਰ ਵਿੱਚ ਦਸਤਾਵੇਜ਼ੀਕਰਨ ਕੀਤਾ ਗਿਆ ਹੈ। 2014 ਵਿੱਚ ਉੜੀਆ ਭਾਸ਼ਾ ਨੂੰ ਕੇਂਦਰ ਵੱਲੋਂ ਸ਼ਾਸਤਰੀ ਭਾਸ਼ਾ ਦਾ ਦਰਜਾ ਦੇ ਦਿੱਤਾ ਗਿਆ ਸੀ। ਆਚਾਰਿਆ ਮਿਸ਼ਰਾ ਜੀ ਦੀਆਂ ਰਚਨਾਵਾਂ ਸਿਲੇਬਸ ਦਾ ਵੀ ਹਿੱਸਾ ਨੇ। Previously, in my high school career, I was writing. ਹਾਈ ਸਕੂਲ ਵਿੱਚ ਮੈਂ ਮੀਨਾ ਬਾਜ਼ਾਰ ਰਸਾਲੇ ਲਈ ਲਿਖਦਾ ਸੀ। ਜਦੋਂ ਮੈਂ 1967 ਵਿੱਚ ਕਾਲਜ ਵਿੱਚ ਦਾਖਲ ਹੋਇਆ ਤਾਂ ਮੈਂ ਹੋਰਨਾਂ ਰਸਾਲਿਆਂ ਲਈ ਲਿਖਣਾ ਸ਼ੁਰੂ ਕੀਤਾ। ਪਿਛਲੇ 54 ਸਾਲਾਂ ਤੋਂ ਕਈ ਰਸਾਲਿਆਂ ਲਈ ਲਿਖ ਰਿਹਾ। ਮੇਰਾ ਇਰਾਦਾ ਉੜੀਆ ਭਾਸ਼ਾ ਦੀ ਪਛਾਣ ਬਣਾਉਣਾ ਹੈ। ਮੈਂ ਉੜੀਆ ਭਾਸ਼ਾ ਵਿੱਚ ਖੋਜ ਕਾਰਜ ਕੀਤਾ ਹੈ। ਉੜੀਆ ਭਾਸ਼ਾ ਇੱਕ ਪੁਰਾਣੀ ਤੇ ਮਿੱਠੀ ਭਾਸ਼ਾ ਹੈ। ਮੈਂ 30 ਕਿਤਾਬਾਂ ਲਿਖੀਆਂ ਨੇ ਜਿਨ੍ਹਾਂ ਵਿੱਚੋਂ 10 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਨੇ। ਪਾਠਕ ਸਭ ਕੁਝ ਨਹੀਂ, ਮੇਰੇ ਪਾਠਕਾਂ ਦੇ ਕਾਰਨ ਮੇਰੇ ਕੋਲ ਸਭ ਕੁਝ ਹੈ। ਮੈਂ ਆਪਣਾ ਪਾਠਕਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਵੱਧ ਤੋਂ ਵੱਧ ਲਿਖਣ ਦੀ ਹੱਲਾਸ਼ੇਰੀ ਦਿੱਤੀ। ਮੈਂ ਚੱਲ ਨਹੀਂ ਸਕਦਾ, ਮੈਂ ਹਮੇਸ਼ਾ ਚੱਲਣ ਲਈ ਦੂਜੇ ਲੋਕਾਂ ਤੇ ਨਿਰਭਰ ਰਹਿੰਦਾ ਹਾਂ। ਇਹ ਭਗਵਾਨ ਜਗਨਨਾਥ ਦਾ ਆਸ਼ੀਰਵਾਦ ਹੈ। ਮੈਂ ਸਿਰਫ ਅਧਿਐਨ ਤੇ ਲਿਖਣ ਦਾ ਕੰਮ ਕੀਤਾ ਹੈ। ਮੈਂ ਪੜ੍ਹਾਈ ਲਿਖਾਈ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ। ਮੈਂ ਕੋਈ ਦੋਸਤ ਨਹੀਂ ਬਣਾਏ। ਕਿਤਾਬਾਂ ਮੇਰੀਆਂ ਦੋਸਤ ਨੇ। ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ ਤਾਂ ਮੈਂ ਸਿਰਫ ਕਿਤਾਬਾਂ ਪੜ੍ਹਦਾ। समय पाएगा वही किताब पढ़ेगा और लिखेगा। ਆਪਣੇ ਜੀਵਨ ਦੇ 5 ਦਹਾਕੇ ਉੜੀਆ ਭਾਸ਼ਾ ਤੇ ਜਗਨਨਾਥ ਸੱਭਿਆਚਾਰ ਤੇ ਖੋਜ ਅਤੇ ਲੇਖਣ ਲਈ ਸਮਰਪਿਤ ਕਰਨ ਦੇ ਬਾਅਦ ਵੀ ਮਿਸ਼ਰਾ ਦੋਨਾਂ ਨੂੰ ਹੱਲਾਸ਼ੇਰੀ ਦੇਣ ਲਈ ਹੁਣ ਵੀ ਬਹੁਤ ਕੁਝ ਕਰਨ ਦਾ ਜਜ਼ਬਾ ਰੱਖਦੇ ਨੇ। ਆਪਣੇ ਕੰਮਾਂ ਲਈ ਉਹ ਰਾਸ਼ਟਰਪਤੀ ਸਰਟੀਫਿਕੇਟ ਵੀ ਪ੍ਰਾਪਤ ਕਰ ਚੁੱਕੇ ਨੇ ਤੇ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ਵਾਲੇ ਉਹ ਇੱਕੋ ਇੱਕ ਉੜੀਆ विद्वान ਅਤੇ ਭਾਸ਼ਾ ਮਾਹਿਰ ਨੇ। हमारी मातृभाषा हमारी पहचान होती है। किसी भी व्यक्ति के सोच और सपने मातृभाषा में ही होती है। पंडित अंतर्यामी मिश्रा जी उड़िया भाषा और श्री जगन्नाथ संस्कृति के ऊपर बेहद गहरा और बहुत अच्छा काम किए हैं। उड़िया भाषा को शास्त्रीयता के मान्यता प्राप्ति के बेहतर श्रेय पंडित जी को ही जाता है। पंडित मिश्रा जी उड़िया साहित्य के इतिहास ग्रंथ के रचना के साथ साथ 37 किताबें लिखे हैं। मिश्रा जी को पद्मश्री प्राप्ति के अवसर पर हम सबके तरफ से बहुत ढेर सारे बधाइयां। ਉੜੀਆ ਸਾਹਿਤਕਾਰ ਆਚਾਰਿਆ ਅੰਤਰਜਾਮੀ ਮਿਸ਼ਰਾ ਨੂੰ ਪਦਮ ਸ਼੍ਰੀ ਪੁਰਸਕਾਰ ਦੇ ਲਈ ਹਾਰਦਿਕ ਵਧਾਈ। ਸਾਡੇ ਪਦਮ ਜਿਨ੍ਹਾਂ ਦੀ ਤਪੱਸਿਆ, ਜਿਨ੍ਹਾਂ ਦੇ ਸਮਰਪਣ, ਜਿਨ੍ਹਾਂ ਦੇ ਯਤਨ, ਜਿਨ੍ਹਾਂ ਦੇ ਕੰਮਾਂ ਨਾਲ ਅਸੀਂ ਅੱਜ ਇੱਕ ਬਿਹਤਰ ਦੁਨੀਆ ਦੇਖ ਰਹੇ ਹਾਂ। ਇਸ ਲਈ ਇਸ ਲੜੀ ਦੇ ਰਾਹੀਂ ਅਸੀਂ ਸਲਾਮ ਕਰ ਰਹੇ ਹਾਂ ਇਹਨਾਂ ਸਾਰਿਆਂ ਨੂੰ
ਇਹ ਸਾਰੇ ਨੇ ਸਾਡੇ ਪਦਮ। ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ, ਪਰ ਅਗਲੇ ਹਫਤੇ ਫੇਰ ਹਾਜ਼ਰ ਹੋਵਾਂਗੇ ਆਪਣੇ ਪਦਮ ਦੀ ਅਗਲੀ ਕੜੀ ਦੇ ਨਾਲ। ਫਿਲਹਾਲ ਸਾਡੀ ਪੂਰੀ ਟੀਮ ਨੂੰ ਦਿਓ ਇਜਾਜ਼ਤ। ਨਮਸਕਾਰ।